ਦਿੱਤਾ ਸੀ। ਅਗਰ ਕੋਈ ਵੀ ਮੇਰੇ ਭੈਣ ਭਰਾ ਨੇ ਉਸ ਦੇ ਵਿੱਚੋਂ ਕੋਈ ਸਿੱਖਿਆ, ਅਗਰ ਸਟਿਲ ਕਿਸੇ ਨੇ ਮੈਨੂੰ ਫੀਡਬੈਕ ਨਹੀਂ ਦਿੱਤਾ ਤਾਂ ਤੁਸੀਂ ਮੈਨੂੰ ਫੀਡਬੈਕ ਦੇ ਸਕਦੇ ਹੋ। ਤੇ ਅਗਰ ਕੋਈ ਖਾਸ ਗੱਲ ਹੈ ਤਾਂ ਤੁਸੀਂ ਮੈਨੂੰ ਮੇਰੇ ਨਾਲ ਉਸ ਚੀਜ਼ ਉੱਤੇ ਗੱਲਬਾਤ ਵੀ ਕਰ ਸਕਦੇ ਹੋ। Amen. Amen. Okay, let's open our Bibles to Luke chapter 18. ਅਸੀਂ ਲੂਕਾ ਦੀ ਇੰਜੀਲ ਉਹਦਾ 18ਵਾਂ ਅਧਿਆਇ ਪੜਾਂਗੇ। ਲੂਕਾ ਦੀ ਇੰਜੀਲ 18ਵਾਂ ਅਧਿਆਇ 18 verse 9. We're going to read 9 to 14. ਅਸੀਂ ਚੈਪਟਰ 18 ਉਹਦੀ 9 ਤੋਂ ਲੈ ਕੇ 9 ਵਰਸ 18 ਵਰਸ 9 to 14 ਅਸੀਂ ਲੂਕਾ ਦੀ ਇੰਜੀਲ ਉਹਦਾ 18ਵਾਂ ਚੈਪਟਰ ਉਹਦੀ 9 ਤੋਂ ਲੈ ਕੇ 14 ਤੱਕ ਪੜਾਂਗੇ। I had sent 2 pictures today on the Skype group. Davinder, I put them for you. ਅਸੀਂ ਅੱਜ 2 ਫੋਟੋਆਂ ਜਿਹੜੀਆਂ ਤੁਹਾਨੂੰ ਸਕਾਈਪ ਗਰੁੱਪ ਦੇ ਉੱਤੇ ਭੇਜੀਆਂ ਸੀਗੀਆਂ, ਜਿਹੜੀਆਂ ਕਿ ਪਾਸਟਰ ਡਿਆਕੋ ਨੇ ਮੈਨੂੰ ਦੱਸਿਆ ਸੀ, ਮੈਂ ਜਿਹੜੀਆਂ ਭੇਜੀਆਂ ਨੇ ਤੁਸੀਂ ਦੇਖੀਆਂ ਹੋਣਗੀਆਂ। One is about the Pharisee and one is about the tax collector. ਤੇ ਇੱਕ ਸੀ ਜਿਹੜੀ ਉਹ ਫਰੀਸੀਆਂ ਦੇ ਬਾਰੇ ਸੀ ਤੇ ਦੂਜੀ ਸੀ ਜਿਹੜੇ ਟੈਕਸ ਲੈਂਦੇ ਸੀ ਉਹਨਾਂ ਦੇ ਬਾਰੇ। So those who are wondering why those pictures are there is a reason why. ਤੇ ਜਿਹੜੇ ਮੇਰੇ ਭੈਣ ਭਰਾ ਹੈਰਾਨ ਹੋ ਰਹੇ ਸੀ ਜਾਂ ਕੁਝ ਲੱਗ ਰਿਹਾ ਸੀ ਵੀ ਇਹ ਫੋਟੋਆਂ ਇੱਥੇ ਕੀ ਕਰ ਰਹੀਆਂ ਨੇ, ਤਾਂ ਉਹਨਾਂ ਦਾ ਕੋਈ ਕਾਰਨ ਸੀ ਜਿਹੜੀਆਂ ਉੱਥੇ ਪਈਆਂ ਨੇ ਉਹ। So I just wanted for you to know who a Pharisee and what he looks like. ਤੇ ਇਹ ਮੈਂ ਤੁਹਾਨੂੰ ਸਿਰਫ ਤਾਂ ਭੇਜੀਆਂ ਸੀ ਕਿ ਤੁਹਾਨੂੰ ਦਿਖ ਸਕੇ ਕਿ ਜਿਹੜੇ ਫਰੀਸੀ ਸੀ ਉਹ ਕਿੱਦਾਂ ਦੇ ਸੀ ਜਾਂ ਜਿਹੜੇ ਟੈਕਸ ਕਲੈਕਟਰਸ ਉਹ ਕਿੱਦਾਂ ਦੇ ਸੀਗੇ। So so David, what I want you to do is I just want you to read from 9 to 14. Okay. You read it Punjabi, read it slow and loud, and I just want everybody to just listen to this story. It's about 2 people. Okay. ਤੇ ਮੈਂ ਜਿਹੜੀ ਕਹਾਣੀ ਹੈ ਉਹ ਪੜਾਂਗਾ, ਬਿਲਕੁਲ ਹੌਲੀ ਪੜਾਂਗਾ ਤੇ ਤੁਸੀਂ ਉਸ ਨੂੰ ਧਿਆਨ ਨਾਲ ਸੁਣਿਓ। ਹਾਲੇਲੂਇਆ। ਤੇ ਮੈਂ ਪੜਾਂਗਾ। ਉਹ ਫਰੀਸੀ ਤੇ ਮਸੂਲੀਆਂ ਦੇ ਦ੍ਰਿਸ਼ਟਾਦਾਨ ਦੇ ਬਾਰੇ ਤੇ ਹੈ। ਉਸ ਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਹੋਰਨਾਂ ਨੂੰ ਤੁੱਛ ਜਾਣਦੇ ਸਨ, ਇਹ ਦ੍ਰਿਸ਼ਟਾਂਤ ਵੀ ਦਿੱਤਾ ਕਿ 2 ਮਨੁੱਖ ਪ੍ਰਾਰਥਨਾ ਕਰਨ ਲਈ ਹੇਕਲ ਵਿੱਚ ਗਏ, ਇੱਕ ਫਰੀਸੀ ਅਤੇ ਦੂਆ ਮਸੂਲੀਆ। ਫਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੈ ਪਰਮੇਸ਼ਰ, ਮੈਂ ਤੇਰਾ ਸ਼ੁਕਰ ਕਰਦਾ ਹਾਂ ਕਿ ਮੈਂ ਹੋਰਨਾਂ ਵਾਂਗੂ ਨਹੀਂ ਹਾਂ ਜੋ ਲੁਟੇਰੇ, ਕੁਦਰਮੀ ਅਤੇ ਜਨਾਹਕਾਰ ਹਨ, ਅਤੇ ਨਾ ਇਸ ਮਸੂਲੀਏ ਵਰਗਾ ਹੈ। ਮੈਂ ਛਾਤੇ ਵਿੱਚ 2 ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਦ ਵੀ ਦਿੰਦਾ ਹਾਂ। ਪਰ ਉਸ ਮਸੂਲੀਏ ਨੇ ਕੁਝ ਫਰਕ ਨਾਲ ਖੜੋ ਕੇ ਇੰਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਆਕਾਸ਼ ਦੀ ਵੱਲ ਚੁੱਕੇ, ਸਗੋਂ ਆਪਣੀ ਛਾਤੀ ਪਿੱਟਦਾ ਅਤੇ ਇਹ ਕਹਿੰਦਾ ਸੀ, ਹੈ ਪਰਮੇਸ਼ਰ, ਮੈਂ ਪਾਪੀ ਉੱਤੇ ਦਇਆ ਕਰ, ਮੈਂ ਪਾਪੀ ਉੱਤੇ ਦਇਆ ਕਰ। ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ, ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ, ਪਰ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ। ਹਾਲੇਲੂਇਆ। Amen. So this story is about one is a Pharisee and one is a tax collector. ਇਹ ਜਿਹੜੀ ਕਹਾਣੀ ਹੈ ਇੱਕ ਫਰੀਸੀ ਦੇ ਬਾਰੇ ਹੈ ਤੇ ਇੱਕ ਮਸੂਲੀਆਂ ਦੇ ਬਾਰੇ ਹੈ ਜਿਹੜੇ ਕਿ ਟੈਕਸ ਵਗੈਰਾ ਲੈਂਦੇ ਸੀ ਉਹਨਾਂ ਦੇ ਬਾਰੇ। Okay, now the verse 9 says, and Jesus told them this parable. ਇਹ ਜਿਹੜਾ 9ਵਾਂ ਵਰਸ ਦੇ ਵਿੱਚ ਲਿਖਿਆ ਕਿ ਜਿਹੜਾ ਦ੍ਰਿਸ਼ਟਾਂਤ ਸੀ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿ ਰਿਹਾ ਸੀ, ਧਰਮੀ ਲੋਕਾਂ ਨੂੰ। So Jesus liked to tell a lot of stories, and I also tell you a lot of stories, but I'm learning from Jesus. ਕਿਉਂਕਿ ਯਿਸੂ ਮਸੀਹ ਨੇ ਵੀ ਬੜੀਆਂ ਕਹਾਣੀਆਂ ਦੱਸੀਆਂ ਨੇ ਤੇ ਪਾਸਟਰ ਡਿਆਕੋ ਕਹਿੰਦੇ ਮੈਂ ਵੀ ਤੁਹਾਨੂੰ ਬਹੁਤ ਕਹਾਣੀਆਂ ਦੱਸਦਾ ਕਿਉਂਕਿ ਮੈਂ ਯਿਸੂ ਮਸੀਹ ਤੋਂ ਸਿੱਖ ਰਿਹਾ। Okay, so in this story Jesus said 2 men went up to the temple to pray. ਤੇ ਇੱਥੇ ਪ੍ਰਭੂ ਯਿਸੂ ਮਸੀਹ ਆਪਣੇ ਲੋਕਾਂ ਨੂੰ ਕਹਿ ਰਹੇ ਨੇ, ਕਹਿੰਦੇ 2 ਮਨੁੱਖ ਸੀ ਪ੍ਰਾਰਥਨਾ ਕਰਨ ਦੇ ਲਈ ਉਹ ਹੇਕਲ ਦੇ ਵਿੱਚ ਜਾਂਦੇ ਨੇ। So when Jesus tells us this story, we need to remember, why is he telling us this story? There must be something that he's trying to get to us, trying to teach us. ਇੱਥੇ ਜੇ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਕੋਈ ਕਹਾਣੀ ਦੇ ਨਾਲ ਗੱਲਬਾਤ ਕਰਨਾ ਚਾਹ ਰਹੇ ਨੇ ਤਾਂ ਇਹਦਾ ਕੁਛ ਨਾ ਕੁਛ ਸਾਡੇ ਲਈ ਮਕਸਦ ਹੋਵੇਗਾ ਤਾਂ ਅਸੀਂ ਉਸ ਕਹਾਣੀ ਨੂੰ ਕਿ ਉਸ ਦੇ ਪਹਿਲੂ ਨੂੰ ਅਸੀਂ ਜਾਣ ਪਾਈਏ। Okay, so the first person, the Pharisee, he stood up to pray. ਤੇ ਜਿਹੜਾ ਪਹਿਲਾ ਫਰੀਸੀ ਬੰਦਾ ਸੀ ਉਹਨੇ ਖੜਾ ਹੋਇਆ ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰਤੀ। The Pharisee stood up and prayed about himself.
ਤੇ ਜਿਹੜਾ ਫਰੀਸੀ ਸੀ ਉਹ ਖੜਾ ਹੋਇਆ ਤੇ ਉਹਨੇ ਖੜਾ ਹੋ ਕੇ ਕੀ ਪ੍ਰਾਰਥਨਾ ਕੀਤੀ ਆਪਣੇ ਆਪ ਦੇ ਬਾਰੇ। He said, God, I thank you that I am not like the other men. ਉਹਨੇ ਕੀ ਪ੍ਰਾਰਥਨਾ ਕੀਤੀ? ਕਹਿੰਦਾ ਮੈਂ ਪਰਮੇਸ਼ਰ ਤੇਰਾ ਸ਼ੁਕਰ ਕਰਦਾ, ਕਹਿੰਦਾ ਕਿ ਮੈਂ ਹੋਰਨਾਂ ਵਰਗਾ ਨਹੀਂ ਆ। Robbers, evildoers, adulterers, or even like the tax collector. ਤੇ ਉਹਨੇ ਪ੍ਰਾਰਥਨਾ ਕੀ ਕੀਤੀ? ਕਹਿੰਦਾ ਮੈਂ ਉਹਨਾਂ ਵਰਗਾ ਨਹੀਂ ਆ ਜਿਹੜੇ ਲਟੇਰੇ ਆ ਜਾਂ ਕਿਸੇ ਤੇ ਥੋੜੀ ਜੀ ਕੁਦਰਮੀ ਕਰਦੇ ਆ ਜਾਂ ਜਨਾਹ ਕਰਦੇ ਆ, ਤੇ ਨਾ ਹੀ ਕਹਿੰਦਾ ਮੈਂ ਉਹਨਾਂ ਮਸੂਲੀਆਂ ਵਰਗਾ ਜਿਹੜੇ ਟੈਕਸ ਵਗੈਰਾ ਲੈਂਦੇ ਉਹਨਾਂ ਵਰਗਾ ਵੀ ਨਹੀਂ ਹੈਗਾ ਮੈਂ। So now he's telling God all what he is doing. Yeah. He's telling him his character. ਕਰ ਰਿਹਾ ਤੇ ਪਰਮੇਸ਼ਰ ਨੂੰ ਉਹ ਦੱਸ ਰਿਹਾ ਕਿ ਮੈਂ ਇਹ ਕੁਝ ਕਰਦਾ। Now he tells him what he is also doing. I fast twice a week and I give a tenth of what I get, my tithes. ਇਹ ਚੀਜ਼ ਹੈ। ਹੁਣ ਉਹਨੇ ਆਪਣੇ ਬਾਰੇ ਵੀ ਦੱਸਣਾ ਸ਼ੁਰੂ ਕੀਤਾ ਕਿ ਮੈਂ ਕੀ ਕਰਦਾ ਕਿ ਹਫਤੇ 'ਚ 2 ਵਾਰ ਵਰਤ ਵੀ ਰੱਖਦਾ। Now just picture this scene where God is listening to these two men. Picture these two men in front of you and God is listening to them praying. ਹੁਣ ਦੇਖੋ ਤੁਸੀਂ ਇਸ ਚੀਜ਼ ਨੂੰ ਪਿਕਚਰ ਬਣਾਓ ਕਿ ਪਰਮੇਸ਼ਰ ਹੈ ਜਿਹੜਾ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਰਿਹਾ, ਜਿਹੜੇ ਦੋ ਇਨਸਾਨ ਉੱਥੇ ਖੜੇ ਨੇ। Okay. Now the tax collector stood at a distance. Sorry? The tax collector, he stood at a distance. He didn't come close by. They are in the temple. ਸੀਗਾ ਜਿਹੜਾ ਟੈਕਸ ਵਗੈਰਾ ਲੈਂਦਾ ਸੀ ਉਹ ਵੀ ਖੜਾ ਹੋਇਆ, ਪਰ ਕੁਝ ਫਰਕ ਦੇ ਨਾਲ ਥੋੜਾ ਜਿਹਾ ਦੂਰ ਖੜਾ ਹੋਇਆ ਉਤੋਂ। He did not even look up to heaven. Even ਕਿ ਉਹਨੇ ਸਵਰਗ ਦੇ ਵੱਲ ਮੂੰਹ ਵੀ ਨਹੀਂ ਕੀਤਾ ਹੈਗਾ। He beat his breast and said, God, have mercy on me. I am a sinner. ਤੇ ਉਹਨੇ ਕੀ ਆਪਣੀ ਛਾਤੀ ਨੂੰ ਪਿੱਟਿਆ ਪਰਮੇਸ਼ਰ ਦੇ ਅੱਗੇ ਤੇ ਉਹਨੇ ਕਿਹਾ, ਕਹਿੰਦਾ ਮੇਰੇ ਤੇ ਦਇਆ ਕਰ, ਮੈਂ ਪਾਪੀ ਹਾਂ। ਪਰਮੇਸ਼ਰ ਨੂੰ ਉਹਨੇ ਕਿਹਾ। Now see the difference. See the difference between the two prayers. One was talking about what he's doing and boasting about his fasting and his tithes. ਤੇ ਇੱਥੇ ਦੇਖਦੇ ਅਸੀਂ ਦੋ ਬੰਦਿਆਂ ਦੇ ਬਾਰੇ ਇੱਕ ਪ੍ਰਾਰਥਨਾ ਜਿਹੜੇ ਕਰ ਰਹੇ ਨੇ। ਇੱਕ ਜਿਹੜੇ ਨੇ ਕਿਹਾ ਕਿ ਮੇਰੇ ਉੱਤੇ ਦਇਆ ਕਰ, ਛਾਤੀ ਪਿੱਟ ਕੇ ਕਿਹਾ ਹਨਾ। ਇੱਕ ਨੇ ਕੀ ਕੀਤਾ, ਆਪਣੇ ਬਾਰੇ ਦੱਸਿਆ ਕਿ ਉਹ ਕੀ ਕਰਦਾ ਹੈ ਤੇ 2 ਵਾਰ ਵਰਤ ਵੀ ਰੱਖਦਾ। ਉਹਨੇ ਸਾਰੀ ਕੀ ਹੈ ਕਿ ਮੈਂ ਦਸਵੰਧ ਵੀ ਦਿੰਦਾ, ਤੇਰਾ ਕਮਾਈ ਦੇ ਵਿੱਚੋਂ ਆਪਣਾ ਦਸਵੰਧ ਵੀ ਕੱਢਦਾ ਤੇਰੇ ਲਈ। Which group do you fall into? Ask yourself this question. ਤੇ ਮੈਂ ਤੁਹਾਨੂੰ ਪ੍ਰਸ਼ਨ ਪੁੱਛਣਾ ਚਾਹਨਾ ਕਿ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਕਿਹਨੂੰ ਪਹਿਲ ਦਿਓਗੇ, ਕਿਹਦੇ ਵੱਲ ਦੇ ਮਤਲਬ ਪੱਖ ਦੇ ਵਿੱਚ ਹੋਵੋਗੇ, ਕਿੰਨੇ ਸਹੀ ਕੀਤਾ? You can put your comments later. Now verse 14. ਲੈਟਰ ਪਾ ਸਕਦੇ ਹੋ। In verse 14, for everyone who exalts himself will be humbled. ਅੱਗੇ ਕੀ ਹੈ, ਜਿਹੜੇ ਵੀ ਧਰਮੀ sorry tell me again the brother. For everyone who exalts himself will be humbled. ਜਿਹੜੇ ਕਹਿੰਦੇ ਆਪਣੇ ਆਪ ਨੂੰ ਕੀ ਹੈ ਥੋੜੀ ਜਿਹੀ ਦਇਆਵਾਨ ਕਰਦੇ, ਆਪਣੇ ਆਪ ਨੂੰ ਹੰਬਲ ਕਰਦੇ ਆ। But the one who humbles himself will be exalted. Okay, ਜਿਹੜੇ ਕਹਿੰਦੇ ਆਪਣੇ ਆਪ ਨੂੰ ਉੱਚਾ ਕਰਦੇ ਨੇ ਉਹ ਕੀ ਹੈ ਨੀਵੇਂ ਕੀਤੇ ਜਾਣਗੇ, ਪਰ ਜਿਹੜੇ ਆਪਣੇ ਆਪ ਨੂੰ ਨੀਵਾਂ ਹੰਬਲ ਹੁੰਦੇ ਨੇ ਮਤਲਬ ਨਿਮਰ ਹੁੰਦੇ ਨੇ ਅੱਗੇ ਦੇ, ਉਹ ਕੀ ਹੈ ਉਹ ਉੱਚੇ ਕੀਤੇ ਜਾਣਗੇ। See, a lot of times a lot of people fall in these categories. ਕਈ ਵਾਰੀ ਮੇਰੇ ਭੈਣ ਭਰਾ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਫੋਲੋ ਕਰਦੇ ਨੇ। So today I want you to think, where do I fall? Which category am I in? ਤੇ ਅੱਜ ਅਸੀਂ ਆਪਣੇ ਆਪ ਨੂੰ ਇੱਕ ਕੁਐਸਚਨ ਕਰਾਂਗੇ ਤੇ ਆਪਣੇ ਅੰਦਰ ਇੱਕ ਤਸਵੀਰ ਬਣਾਵਾਂਗੇ ਤੇ ਦੇਖਾਂਗੇ ਕਿ ਅਸੀਂ ਕਿਸ ਗਰੁੱਪ ਦੇ ਵਿੱਚ ਕਿਸ ਚੀਜ਼ ਨੂੰ ਅਸੀਂ ਫੋਲੋ ਕਰਦੇ। The first person, the Pharisee, is a religious leader. He's like a priest. ਜਿਹੜਾ ਪਹਿਲਾ ਬੰਦਾ ਸੀ ਉਹ ਫਰੀਸੀ ਸੀ, ਉਹ ਜਿਹੜਾ ਕਿਸੇ ਇੱਕ ਤਰ੍ਹਾਂ ਦਾ ਪ੍ਰਚਾਰਕ ਬੰਦਾ ਸੀਗਾ, ਬਹੁਤ ਧਰਮੀ ਬੰਦਾ ਸੀਗਾ। They wear all this top headgear. They act like they're very holy. They talk, they act. ਉਹ ਆਪਣੇ ਆਪ ਨੂੰ ਦਿਖਾਉਂਦਾ ਸੀ, ਆਪਣੇ ਆਪ ਨੂੰ ਇਦਾਂ ਦਿਖਾਉਂਦਾ ਸੀ ਲੋਕਾਂ ਦੇ ਵਿੱਚ ਕਿ ਉਹ ਬੜਾ ਪਵਿੱਤਰ ਹੈ ਤੇ ਉਦਾਂ ਦੇ ਹੀ ਕੰਮ ਕਰਦਾ, ਉਦਾਂ ਦਾ ਹੀ ਬੋਲਣਾ ਉਹਦਾ ਹੁੰਦਾ ਸੀਗਾ। Now the tax collector is a person who collects the tax for the government. ਇਹ ਜਿਹੜਾ ਮਸੂਲੀ ਸੀਗਾ ਉਹ ਕਿਦਾਂ ਦਾ ਸੀਗਾ, ਉਹ ਕੀ ਹੈ ਟੈਕਸ ਲੈਂਦਾ ਹੁੰਦਾ ਸੀ ਸਰਕਾਰ ਤੋਂ ਵੀ ਹਰ ਇੱਕ ਚੀਜ਼ ਦਾ। Nobody likes them. ਕੋਈ ਵੀ ਉਹਨੂੰ ਪਸੰਦ ਨਹੀਂ ਸੀ ਕਰਦਾ ਕਿਉਂਕਿ ਟੈਕਸ ਵਗੈਰਾ ਲੈਂਦਾ ਸੀਗਾ। They were considered as sinners. ਉਹਨੂੰ ਇੱਕ ਤਰ੍ਹਾਂ ਨੇ ਉਹਨੇ ਆਪਣੇ ਆਪ ਨੂੰ ਕੀ ਕੀਤਾ ਕਿ ਮੈਂ ਪਾਪੀ ਹਾਂ। Everybody hated them. ਤੇ ਹਰ ਇੱਕ ਬੰਦਾ ਉਹਨੂੰ ਕੀ ਹੈ ਨਫ਼ਰਤ ਕਰਦਾ ਸੀਗਾ। Because these tax collectors, they took extra money of people because they wanted to make extra money. ਕਿਉਂਕਿ ਜਿਹੜੇ ਟੈਕਸ ਲੈਣ ਵਾਲੇ ਬੰਦੇ ਹੁੰਦੇ ਸੀ, ਇਹ ਐਕਸਟਰਾ ਕਰਜ਼ਾ ਸੀ ਜਿਹੜਾ, ਐਕਸਟਰਾ ਟੈਕਸ ਸੀ ਜਿਹੜਾ ਲੋਕਾਂ ਤੋਂ ਲੈਂਦੇ ਹੁੰਦੇ ਸੀ ਤਾਂ ਕਿ ਉਹਨਾਂ ਦੀ ਕਮਾਈ ਜ਼ਿਆਦਾ ਹੋ ਸਕੇ। Now the two people, when they come to pray before God, there's a total difference of their heart.
ਪਰ ਜਦੋਂ ਪ੍ਰਾਰਥਨਾ ਕਰਨ ਆਏ ਪਰਮੇਸ਼ਰ ਦੇ ਅੱਗੇ ਤਾਂ ਉਹ ਦੋਨਾਂ ਦੇ ਜਿਹੜੇ ਦਿਲ ਸੀ ਉਹ ਟੋਟਲੀ ਪੂਰੀ ਤਰ੍ਹਾਂ ਅਲੱਗ-ਅਲੱਗ ਸੀਗੇ। That's why Jesus was telling us these stories for us to see who we are. ਇਹੀ ਇੱਕ ਯਿਸੂ ਮਸੀਹ ਸਾਨੂੰ ਕਹਾਣੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਸਮੇਂ ਕਿ ਅਸੀਂ ਕੌਣ ਆ ਇਹਨਾਂ ਦੇ ਵਿੱਚੋਂ। A lot of people who act like the Pharisees, they boast, I can do this, I do this, I do this, I do this. ਕਈ ਹੁੰਦੇ ਨੇ ਫਰੀਸੀ ਵਰਗੇ ਉਹ ਜਿਹੜੇ ਕਹਿਣਾ ਚਾਹੁੰਦੇ ਰਹਿੰਦੇ ਨੇ ਹਰ ਸਮੇਂ ਕਿ ਮੈਂ ਐ ਕੀਤਾ, ਮੈਂ ਆ ਕੀਤਾ, ਮੈਂ ਐ ਕੀਤਾ ਜਾਂ ਮੈਂ ਐ ਕਰਦਾ ਰਿਹਾ। They talk about, oh, I fast a lot, I give my tithes, and they ਉਹ show ਕਈ off. ਵਾਰ ਕਹਿੰਦੇ ਆ ਮੈਂ ਇੰਨੀ ਫਾਸਟਿੰਗ ਕੀਤੇ ਨੇ, ਵਰਤ ਰੱਖੇ ਨੇ, ਮੈਂ ਇਹਨਾਂ ਦਸਵੰਧ ਵੀ ਦਿੱਤਾ ਖੁਦਾ ਦੇ ਘਰ ਦੇ ਲਈ, ਮੈਂ ਆ ਕੀਤਾ। See, when you do all these things, God watches everything that you're doing. God knows everything. ਤੇ ਪਰਮੇਸ਼ਰ ਨੂੰ ਹਰ ਇੱਕ ਚੀਜ਼ ਦਾ ਪਤਾ ਹੈ ਕਿ ਤੁਸੀਂ ਕੀ ਕਰ ਰਹੇ ਹੋ ਤੇ ਕੀ ਉਹਨੂੰ ਕਹਿ ਰਹੇ ਹੋ। So when you stand to pray, God knows what you want. ਪਰਮੇਸ਼ਰ ਨੂੰ ਪਤਾ ਜਦੋਂ ਤੁਸੀਂ ਇਹਦੇ ਲਈ ਪ੍ਰਾਰਥਨਾ ਕਰਨ ਜਾਂਦੇ ਹੋ ਉਹਦੇ ਅੱਗੇ ਤੁਹਾਨੂੰ ਪਤਾ ਕਿ ਤੁਹਾਨੂੰ ਕਿਸ ਚੀਜ਼ ਦੀ He ਜ਼ਰੂਰਤ knows what you have done and what you are doing. ਤੁਹਾਨੂੰ ਪਤਾ ਕਿ ਤੁਸੀਂ ਕੀ ਕੀਤਾ ਤੇ ਕੀ ਕਰਨ ਜਾ ਰਹੇ ਹੋ। So no point in telling God, I am good, I'm not like him, he's bad, I am good. ਤੇ ਇਹ ਕਦੇ ਵੀ ਪਰਮੇਸ਼ਰ ਦੇ ਅੱਗੇ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ, ਦੱਸਣ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਕੀ ਹੋ ਜਾਂ ਕੀ ਕਰਨਾ ਚਾਹ ਰਹੇ ਹੋ ਇਸ ਸਮੇਂ। There are a lot of people sometimes in the churches like this. ਤੇ ਕਈ ਮੇਰੇ ਭੈਣ ਭਰਾ ਇਦਾਂ ਦੇ ਆ ਜਿਹੜੇ ਚਰਚਾਂ ਦੇ ਵਿੱਚ ਵੀ ਇਦਾਂ ਕੁਝ ਜਾ ਕੇ ਕਰਦੇ ਨੇ। They try to be as if they are very, very spiritual and they look down on people. ਤੇ ਕਈ ਮੇਰੇ ਭੈਣ ਭਰਾ ਆਤਮਿਕ ਤੌਰ ਤੇ ਇਦਾਂ ਦੇ ਹੁੰਦੇ ਨੇ ਕਿ ਉਹ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। It becomes a pride issue. I am good, you're not good. I am praying, you're not praying. I'm fasting, you're not fasting. ਉਹਨਾਂ ਦੇ ਵਿੱਚ ਇੱਕ ਘਮੰਡ ਦਾ ਹੁੰਦਾ, ਉਹ ਘਮੰਡ ਇਦਾਂ ਦਾ ਹੁੰਦਾ ਕਿ ਉਹ ਦੂਜਿਆਂ ਨੂੰ ਹਰ ਸਮੇਂ ਕਹਿੰਦੇ ਰਹਿੰਦੇ ਮੈਂ ਪ੍ਰਾਰਥਨਾ ਕਰਨ ਤੂੰ ਕਰ ਹੀ ਨਹੀਂ ਰਿਹਾ, ਮੈਂ ਇੰਨੇ ਵਰਤ ਰੱਖਦਾ ਤੂੰ ਕਰ ਹੀ ਨਹੀਂ ਰਿਹਾ ਇਦਾਂ। So we need to be very humble, like that tax collector who beat his heart and said, God, I'm sorry, forgive me, I'm a sinner. ਤੇ ਸਾਨੂੰ ਉਸ ਟੈਕਸ ਕਲੈਕਟਰ ਦੀ ਟੈਕਸ ਜਿਹੜਾ ਲੈਂਦਾ ਸੀ, ਕਰ ਲੈਂਦਾ ਸੀ, ਸਾਨੂੰ ਉਹਦੇ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਕਿ ਪਰਮੇਸ਼ਰ ਦੇ ਅੱਗੇ ਗਿਆ, ਆਪਣੀ ਛਾਤੀ ਪਿੱਟ ਕੇ ਉਹਨੇ ਕਿਹਾ ਕਿ ਮੈਨੂੰ ਮਾਫ ਕਰ, ਮੇਰੇ ਤੇ ਦਇਆ ਕਰ, ਮੈਂ ਪਾਪੀ ਹਾਂ। Why did Jesus use a Pharisee who is a religious leader, and why did he use a tax collector who people did not like, for sinner? ਪਰਮੇਸ਼ਰ ਨੇ ਫਰੀਸੀਆਂ ਨੂੰ ਕਿਉਂ ਨਹੀਂ ਯੂਜ਼ ਕੀਤਾ? ਉਹਨੇ ਮਸੂਲੀਆਂ ਨੂੰ ਜਿਹੜੇ ਕਰਜ਼ ਲੈਂਦੇ ਸੀ ਉਹਨਾਂ ਨੂੰ ਹੀ ਕਿਉਂ ਚੂਜ਼ ਕੀਤਾ? He wanted to show you the difference between a religious person and a person that is a sinner. ਉਹ ਫਰਕ ਦਿਖਾਉਣਾ ਚਾਹੁੰਦਾ ਸੀ ਜਿਹੜੇ ਧਰਮੀ ਸੀ ਉਹਨਾਂ ਦਾ ਤੇ ਜਿਹੜੇ ਪਾਪੀ ਸੀ ਉਹਨਾਂ ਦਾ। I hope that we are all sinners. We all know we are sinners and hope we come before God repenting before him. ਮੇਰਾ ਵਿਸ਼ਵਾਸ ਹੈ ਕਿ ਅਸੀਂ ਸਾਰੇ ਹੀ ਪਾਪੀ ਹਾਂ ਤੇ ਅਸੀਂ ਪਰਮੇਸ਼ਰ ਦੇ ਅੱਗੇ ਜਾਵਾਂਗੇ। ਪਰਮੇਸ਼ਰ ਤੋਂ ਕੀ ਹੈ ਉਸ ਚੀਜ਼ ਦੇ ਲਈ Never come before God like the Pharisee. I am good, I am good, I am good. ਕਦੇ ਵੀ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ ਸਮੇਂ ਇਦਾਂ ਨਾ ਹੋ ਜਿਵੇਂ ਫਰੀਸੀ ਆਏ ਸੀਗੇ ਕਿ ਮੈਂ ਇਦਾਂ, ਮੈਂ ਆ ਕੀਤਾ, ਮੈਂ ਆਇਆ, ਮੈਂ ਆਇਆ। So let us now look at another story from the same book of Luke, chapter 19. ਅਸੀਂ ਹੁਣ ਇੱਕ ਹੋਰ ਕਹਾਣੀ ਪੜਾਂਗੇ ਲੂਕਾ ਦੀ ਇੰਜੀਲ ਦੇ ਵਿੱਚੋਂ ਹੀ 19ਵੇਂ ਚੈਪਟਰ ਦੇ ਵਿੱਚੋਂ। And then we'll come back to this one again. ਤੇ ਇਸ ਤੋਂ ਬਾਅਦ ਅਸੀਂ ਫਿਰ ਇਸ ਤੇ ਵਾਪਸ ਆਵਾਂਗੇ। And this story is about Zacchaeus, the tax collector. Okay, ਤੇ ਇਹ ਕਹਾਣੀ ਵੀ ਉਹਦਾ ਜਿਹੜਾ ਯੱਕੀ ਸੀਗਾ ਜਿਹੜਾ ਕਰਜ਼ਾ ਲੈਂਦਾ ਸੀਗਾ, ਸੌਰੀ ਟੈਕਸ ਲੈਂਦਾ ਸੀ ਲੋਕਾਂ ਤੋਂ। Okay, I will read verse by verse and then you can translate for me. Okay. Jesus entered Jericho and he was passing through. ਤੇ ਕੀ ਹੋਇਆ? ਪ੍ਰਭੂ ਯਿਸੂ ਮਸੀਹ ਯਰੀਹੋ ਦੇ ਅੰਦਰ ਦੇ ਵਿੱਚੋਂ ਦੀ ਕੀ ਲੰਘ ਰਿਹਾ ਸੀ। A man was there by the name of Zacchaeus. He was a chief tax collector and was very wealthy. ਤੇ ਉੱਥੇ ਇੱਕ ਯੱਕੀ ਨਾਮ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਤੇ ਧਨਵਾਨ ਸੀ। We are reading from Luke 19 from verse 1 onwards. Okay. ਅਸੀਂ ਲੂਕਾ ਦੀ ਇੰਜੀਲ ਦੇ ਵਿੱਚੋਂ 9 ਚੈਪਟਰ ਦੇ ਵਿੱਚੋਂ ਪੜ ਰਹੇ ਹਾਂ 1 ਤੋਂ ਲੈ ਕੇ। Okay, and verse 3, he wanted to see who Jesus was. ਤੇ ਤੀਜੇ ਵਰਸ ਦੇ ਵਿੱਚ ਲਿਖਿਆ ਕਿ ਉਹ ਜਾਣਨਾ ਚਾਹੁੰਦਾ ਸੀ, ਯਿਸੂ ਨੂੰ ਵੇਖਣ ਦਾ ਯਤਨ ਕਰ ਰਿਹਾ ਸੀਗਾ ਕਿ ਉਹ ਕੌਣ ਹੈ। Because he was a short man, he could not. ਪਰ ਉਹ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂਕਿ ਉਹਦਾ ਕੱਦ ਜਿਹੜਾ ਮਧਰਾ ਸੀ। Because of the crowd. ਭੀੜ ਦੇ ਕਾਰਨ ਉਹ ਨਹੀਂ ਦੇਖ ਪਾਇਆ ਉਹਨੂੰ So ਕਿਉਂਕਿ he ਮਧਰਾ। ran ahead and climbed a sycamore tree to see Jesus. ਤੇ ਫਿਰ ਉਹ ਕੀ ਹੈ ਉੱਥੋਂ ਅੱਗੇ ਦੌੜ ਕੇ ਇੱਕ ਗੁੱਲੜ ਦਾ ਜਿਹੜਾ ਬਿਰਛ ਸੀ ਉੱਤੇ ਚੜ ਗਿਆ ਕਿ ਉਸ ਨੂੰ ਦੇਖੇ। To see Jesus coming that way.
ਕਿਉਂਕਿ ਯਿਸੂ ਮਸੀਹ ਉਸ ਰਾਸਤੇ ਤੋਂ ਲੰਘ ਰਿਹਾ ਸੀ ਕਿ ਉਹਨੂੰ ਦੇਖ ਸਕੇ। When Jesus reached that spot, he looked up and he said to him, ਜਦੋਂ ਯਿਸੂ ਉਸ ਥਾਂ ਤੇ ਆਇਆ ਤਾਂ ਉਹਨੇ ਉਤਾਹਾਂ ਨਜ਼ਰ ਮਾਰ ਕੇ ਉਹਨੂੰ ਆਖਿਆ, Zacchaeus, come down immediately. ਉਹਨੇ ਕਿਹਾ ਹੈ ਯਕੀ ਛੇਤੀ ਨਾਲ ਉੱਤਰ ਆ, I must stay at your house today. ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ। So he came down and at once he welcomed him gladly. ਯਿਸੂ ਆ ਗਿਆ, ਉੱਤਰ ਆਇਆ ਤੇ ਉਹਨੇ ਕੀ ਆ, ਉਹਦਾ ਖੁਸ਼ੀ ਨਾਲ ਉਹਦਾ ਕੀ ਆ, ਆਦਰ ਭਾਵ ਕੀਤਾ। Now you see, Zacchaeus had a desire to know Jesus. He wanted to see Jesus. That's why he made an extra effort to climb the tree. ਉਹਦੇ ਵਿੱਚ ਇੱਕ ਯਕੀ ਦੇ ਵਿੱਚ ਇੱਕ ਡਿਜ਼ਾਇਰ ਸੀਗਾ, ਉਹ ਇੱਕ ਚੀਜ਼ ਸੀਗੀ ਜਿਹੜੀ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਦੇਖਣਾ ਚਾਹੁੰਦਾ ਸੀ। ਇਸ ਕਰਕੇ ਉਹਨੇ ਕੀ ਆ, ਥੋੜਾ ਜਿਹਾ ਜ਼ਿਆਦਾ ਕੰਮ ਕੀਤਾ ਕਿ ਉਹ ਦਰਖਤ ਦੇ ਉੱਤੇ ਚੜਿਆ ਕਿ ਮੈਂ ਉਹਨੂੰ ਦੇਖਾਂ। When Jesus called him down, all the people saw this and began to grumble. They began to moan, complain. ਤੇ ਜਦੋਂ ਲੋਕਾਂ ਨੇ ਉਹਨੂੰ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਆਵਾਜ਼ ਮਾਰੀ ਹੈ, ਤਾਂ ਲੋਕ ਕੀ ਆਪਸ ਦੇ ਵਿੱਚ ਨਾ ਜਿਵੇਂ ਘੁੜਨ ਲੱਗ ਗਏ, ਬੋਲਣ ਲੱਗ ਗਏ, ਇੱਕ ਦੂਜੇ ਦੀ ਜਿਵੇਂ ਬੋਲਦੇ ਹੁੰਦੇ ਕਿ ਇਹ ਕੀ ਹੋ ਰਿਹਾ। He has gone to be a guest of a sinner's house. ਤੇ ਉਹਨਾਂ ਨੇ ਕਿਹਾ, ਕਹਿੰਦੇ ਇਹ ਉਸ ਮਨੁੱਖ ਦੇ ਘਰ ਜਾ ਰਿਹਾ ਜਿਹੜਾ ਕਿ ਪਾਪੀ ਹੈ। Because later on we talked about a taxman is a person who was considered to be like a sinner. ਕਿਉਂਕਿ ਜਦੋਂ ਅਸੀਂ ਪਿਛਲੀ ਕਹਾਣੀ ਦੇ ਵਿੱਚ ਪੜ੍ਹਿਆ ਸੀ, ਅਸੀਂ ਦੇਖਿਆ ਕਿ ਜਿਹੜਾ ਮਸੂਲੀ, ਜਿਹੜਾ ਕਰਜ਼ਾ ਦੇਣ ਵਾਲਾ ਟੈਕਸ ਲੈਣ ਵਾਲਾ ਬੰਦਾ ਸੀ, ਉਹਨੇ ਆਪਣੇ ਆਪ ਨੂੰ ਕਿਹਾ ਸੀ ਕਿ ਮੈਂ ਪਾਪੀ ਹਾਂ ਪਰਮੇਸ਼ਰ ਦੇ ਅੱਗੇ। Zacchaeus stood up and said to Jesus, he said to the Lord. ਤੇ ਪ੍ਰਭੂ ਉਸੇ ਸਮੇਂ ਜਦੋਂ ਲੋਕਾਂ ਨੇ ਇਹ ਚੀਜ਼ਾਂ ਕਹਿ ਕੇ ਪਾਪੀ ਦੇ ਘਰ ਜਾ ਰਿਹਾ, ਤਾਂ ਪਰ ਯਕੀ ਨੇ ਖੜੋ ਕੇ ਪ੍ਰਭੂ ਨੂੰ ਕਿਹਾ, he said, Lord, now I give half of all possessions to the poor. ਤੇ ਉਹਨੇ ਕੀ ਕਿਹਾ ਪ੍ਰਭੂ ਨੂੰ, ਪ੍ਰਭੂ ਜੀ ਮੈਂ ਵੇਖਦਾ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ। And if I have cheated anybody out of anything, ਅਗਰ ਕਹਿੰਦਾ ਮੈਂ ਕਿਸੇ ਤੋਂ ਊਝ ਲਾ ਕੇ ਕੁਝ ਵੀ ਲੈ ਲਿਆ, I will pay them 4 times the amount. ਤਾਂ ਮੈਂ ਉਹਨੂੰ 4 ਗੁਣਾ ਕਰਕੇ ਮੋੜ ਦੇਵਾਂਗਾ। Jesus said to him, today salvation has come to this house. ਤੇ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਅੱਜ ਇਸ ਘਰ ਵਿੱਚ ਮੁਕਤੀ ਆਈ ਹੈ। Amen. Amen. Because Jesus came to save the lost. ਤੇ ਉਹ ਯਿਸੂ ਮਸੀਹ ਆਏ ਸੀ ਗਵਾਚਿਆਂ ਨੂੰ ਲੱਭਣ ਦੇ ਲਈ। So today what I'm trying to show you is Zacchaeus, his heart. ਤੇ ਮੈਂ ਅੱਜ ਤੁਹਾਨੂੰ ਕੁਝ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜ਼ਕੀਆ ਦੇ ਦਿਲ ਨੂੰ। He was a rich man. ਉਹ ਬਹੁਤ ਅਮੀਰ ਬੰਦਾ ਸੀਗਾ। But he wanted to see Jesus. ਪਰ ਉਹਨੇ ਫਿਰ ਵੀ ਸੋਚਿਆ ਕਿ ਮੈਂ ਦੇਖਣਾ ਚਾਹਨਾ ਯਿਸੂ ਮਸੀਹ ਨੂੰ। Simple thing he did was climb on the tree to see. ਸਿੰਪਲ ਚੀਜ਼ ਸੀ ਜਿਹੜੀ ਉਹ ਭੱਜਿਆ ਤੇ ਰਸਤੇ ਉੱਥੇ ਦਰਖਤ ਦੇ ਉੱਤੇ ਚੜ ਗਿਆ। See, God watches everything that you do. ਪਰ ਪਰਮੇਸ਼ਰ ਕੀ ਉਹ ਹਰ ਇੱਕ ਚੀਜ਼ ਨੂੰ ਦੇਖਦਾ ਜਿਹੜੀ ਵੀ ਤੁਸੀਂ ਕਰਦੇ ਹੋ, ਚਾਹੇ ਛੋਟੀ। You don't have to tell God about like how the first Pharisee was telling him, I'm doing this, I'm doing. You don't have to tell. God knows. ਸਾਡੇ ਪਰਮੇਸ਼ਰ ਨੂੰ ਹਰ ਇੱਕ ਚੀਜ਼ ਦਾ ਪਤਾ ਹੈ। ਸਾਨੂੰ ਉਹਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਅਸੀਂ ਕੀ ਕਰ ਰਹੇ ਹਾਂ ਉਹਦੇ ਲਈ, ਜਾਂ ਕੀ ਕਰਨਾ ਜਾਂ ਕਿਵੇਂ ਕਰਨਾ ਹੈ। ਉਹਨੂੰ ਹਰ ਇੱਕ ਚੀਜ਼ ਦਾ ਪਤਾ, ਜਿਵੇਂ ਫਰੀਸੀ ਕਰਦੇ ਸੀ ਉਹ ਚੀਜ਼ਾਂ ਨਹੀਂ ਕਰਨੀ। So think when Jesus saw Zacchaeus, he knew why Zacchaeus had climbed the tree. ਤੇ ਜਦੋਂ ਉਹਨੇ ਯਕੀ ਨੂੰ ਦੇਖਿਆ ਪ੍ਰਭੂ ਯਿਸੂ ਮਸੀਹ ਨੇ, ਤਾਂ ਪ੍ਰਭੂ ਯਿਸੂ ਮਸੀਹ ਨੂੰ ਪਤਾ ਲੱਗ ਗਿਆ ਕਿ ਯਕੀ ਉੱਥੇ ਕਿਉਂ ਆ, ਉਹਦਾ ਕਾਰਨ ਉਹਨੂੰ ਪਤਾ ਲੱਗ ਗਿਆ। So Jesus now said to him, I'm coming to your house. ਤੇ ਯਿਸੂ ਮਸੀਹ ਨੇ ਉਹਨੂੰ ਕੀ ਕਿਹਾ, ਮੈਂ ਅੱਜ ਤੇਰੇ ਘਰ ਜਾਵਾਂਗਾ। Normally people don't go to tax collectors' houses. ਜਿਹੜੇ ਨਾਰਮਲ ਇੱਕ ਗੱਲ ਦੇਖੀ ਜਾਵੇ ਸੁਭਾਵਿਕ ਜੀ, ਤਾਂ ਜਿਹੜੇ ਲੋਕ ਨੇ ਇਦਾਂ ਦੇ ਘਰਾਂ ਦੇ ਵਿੱਚ ਨਹੀਂ ਜਾਂਦੇ ਜਿੱਥੇ ਲੋਕ ਟੈਕਸ ਲੈਂਦੇ ਨੇ, ਜਿਹੜਾ ਮਤਲਬ ਜਿਵੇਂ ਯਕੀ ਸੀਗਾ। So now you see the change of heart from Zacchaeus, where he said, I now will give half of my possessions to the poor. ਪਰ ਤੁਸੀਂ ਦੇਖੋਗੇ ਪ੍ਰਭੂ ਦੇ ਘਰ ਗਿਆ ਤਾਂ ਯਕੀ ਦਾ ਦਿਲ ਸੀ ਜਿਹੜਾ ਕਿੰਨਾ ਬਦਲ ਗਿਆ ਕਿ ਉਹਨੇ ਪ੍ਰਭੂ ਨੂੰ ਕਿਹਾ ਕਿ ਮੈਂ ਆਪਣਾ ਅੱਧਾ ਜਿਹੜਾ ਮਾਲ ਹੈ ਕੰਗਾਲਾਂ ਨੂੰ ਦੇ ਦਿੰਦਾ। And the other part he said is, if I have cheated anybody of anything, I will pay them 4 times the amount back. ਤੇ ਫਿਰ ਦੂਜੀ ਗੱਲ ਉਹਨੇ ਕੀ ਕਹੀ, ਜਿਹੜਾ ਦੂਜਾ ਬਦਲਾਅ ਸੀ, ਕਹਿੰਦਾ ਜੇ ਮੈਂ ਕਿਸੇ ਤੋਂ ਚੀਟਿੰਗ ਕਰਕੇ, ਕਿਸੇ ਤੋਂ ਊਝ ਲਾ ਕੇ ਜਾਂ ਕਿਸੇ ਤੋਂ ਵੱਧ ਲੈ ਕੇ ਵੀ ਲੈ ਲਿਆ ਤਾਂ ਮੈਂ ਉਹਨੂੰ 4 ਗੁਣਾ ਕਰਕੇ ਮੋੜ ਦਿਆਂਗਾ। If I've taken 1,000 euros, I will give you 4,000 back. ਤੇ ਜੇ ਕਹਿੰਦਾ ਮੈਂ ਕਿਸੇ ਤੋਂ ਮੰਨ ਲਓ ਐਗਜ਼ਾਮਪਲ 1000 ਯੂਰੋ ਲਿਆ ਤਾਂ ਕਹਿੰਦਾ ਮੈਂ ਉਹਨੂੰ 4000 ਯੂਰੋ ਕੀਆ ਵਾਪਸ ਕਰਕੇ ਦੇਵਾਂਗਾ। In our lives, we have done things like this. We were like Zacchaeus. We did wrong things. We took money out and we did this.
Let us change our life, like how Zacchaeus had an encounter with Jesus. ਤੇ ਕਈ ਵਾਰ ਅਸੀਂ ਵੀ ਜੱਕੀਆਂ ਵਾਂਗੂ ਇਦਾਂ ਕੁਛ ਨਾ ਕਦੇ ਕਿਸੇ ਨਾਲ ਕੀਤਾ ਹੁੰਦਾ, ਕਿਸੇ ਤੋਂ ਲਿਆ ਹੁੰਦਾ ਕੁਛ, ਜਾਂ ਕੋਈ ਇਦਾਂ ਦੇ ਕੰਮ ਕੀਤੇ ਹੁੰਦੇ ਨੇ। ਅੱਜ ਜ਼ਰੂਰਤ ਹੈ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਦਲੀਏ, ਤੇ ਜਿਵੇਂ ਯੱਕੀ ਬਦਲਿਆ, ਉਹਦਾ ਦਿਲ ਬਦਲਿਆ, ਅਸੀਂ ਵੀ ਆਪਣੇ ਆਪ ਨੂੰ ਬਦਲੀਏ, ਅਸੀਂ ਸਾਡੀ ਜਿਹੜੀ ਮੁਲਾਕਾਤ ਆ ਪਰਮੇਸ਼ਰ ਨਾਲ ਹੋ ਸਕੇ। On Sunday we spoke about a new year, new resolutions, what we're going to do. ਤੇ ਅਸੀਂ ਐਤਵਾਰ ਨੂੰ ਅਸੀਂ ਨਵੇਂ ਸਾਲ ਦੇ ਬਾਰੇ, ਨਵੇਂ ਪ੍ਰਕਾਸ਼ ਦੇ ਬਾਰੇ, ਨਵੇਂ ਜ਼ਿੰਦਗੀ ਦੇ ਬਾਰੇ ਗੱਲਬਾਤ ਕੀਤੀ ਸੀਗੀ। Let us put things right for 2021. ਅਸੀਂ ਗੱਲਬਾਤ ਕੀਤੀ ਸੀਗੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਨੂੰ ਸਹੀ ਰੱਖੋ 2021 ਦੇ ਵਿੱਚ। The blessing of the Lord will be with you when you put things right. ਜਦੋਂ ਤੁਸੀਂ ਹਰ ਇੱਕ ਚੀਜ਼ ਨੂੰ ਇੱਕ ਸਹੀ ਸਥਾਨ ਦੇ ਉੱਤੇ ਰੱਖਣਾ ਸ਼ੁਰੂ ਕਰ ਦੇਵੋਗੇ, ਤਾਂ ਜਿਹੜੀਆਂ ਪਰਮੇਸ਼ਰ ਦੀਆਂ ਬਰਕਤਾਂ ਨੇ ਉਹ ਵੀ ਤੁਹਾਡੇ ਉੱਤੇ ਆਉਣੀਆਂ ਸ਼ੁਰੂ ਹੋ ਜਾਣਗੀਆਂ। That's why if you look at the life of Zacchaeus, when he said, I'm ready to give back, I'm ready to give half my possession, I'm ready to give 1/4, what did Jesus say to him? Salvation is come to this house today. ਤੇ ਜਦੋਂ ਯੱਕੀ ਨੇ ਖੜਾ ਹੋ ਕੇ ਕਿਹਾ ਸੀ ਕਿ ਮੈਂ ਆਪਣਾ ਮਾਲ ਕੰਗਾਲਾਂ ਨੂੰ ਦਿੰਨਾ, ਜਾਂ ਉਂਝ ਲਾ ਕੇ ਲਿਆ ਮੈਨੂੰ 4 ਗੁਣਾ ਦਿੰਨਾ, ਤਾਂ ਉਸ ਸਮੇਂ ਪ੍ਰਭੂ ਯਿਸੂ ਮਸੀਹ ਨੇ ਯੱਕੀ ਨੂੰ ਕੀ ਕਿਹਾ? ਕਹਿੰਦਾ ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਹੈ। Today I want to challenge you, if you're in that situation or if you're involved in anything similar to this, ਮੈਂ ਅੱਜ ਤੁਹਾਨੂੰ ਸਭ ਨੂੰ ਚੈਲੰਜ ਕਰਨਾ ਚਾਹੁੰਦਾ, ਕਹਿਣਾ ਚਾਹੁੰਦਾ, ਅਗਰ ਕੋਈ ਵੀ ਮੇਰਾ ਭੈਣ ਭਰਾ ਅੱਜ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਹੈ, ਜਿਹੜੀ ਅੱਜ ਅਸੀਂ ਮਤਲਬ ਦੱਸੀ ਹੈ ਤੁਹਾਨੂੰ, ਵਿੱਚ ਅਗਰ ਜੂਝ ਰਹੇ ਹੋ ਤੁਸੀਂ, moment you change and put things right, God will begin to bless you. ਜਿਸ ਸਮੇਂ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਸਹੀ ਆਪਣੀ ਜਗ੍ਹਾ ਤੇ ਰੱਖ ਦੇਵੋਗੇ ਜਿਵੇਂ ਪਰਮੇਸ਼ਰ ਨੇ ਚਾਹਿਆ, ਤਾਂ ਪਰਮੇਸ਼ਰ ਦੇ ਜਿਹੜੇ ਬਰਕਤ ਤੁਹਾਡੇ ਉੱਤੇ ਉਸੇ ਸਮੇਂ ਆ ਜਾਣੀਆਂ I ਸ਼ੁਰੂ ਹੋ was ਜਾਣਗੀਆਂ। sharing this message a couple of years ago with a group. ਇਹ ਜਿਹੜਾ ਅੱਜ ਮੈਂ ਮੈਸੇਜ ਤੁਹਾਡੇ ਨਾਲ ਸ਼ੇਅਰ ਕੀਤਾ, ਮੈਂ ਅੱਜ ਇਹ ਮੈਸੇਜ ਅੱਜ ਤੋਂ ਕੁਝ ਸਮਾਂ ਪਹਿਲਾਂ ਆਪਣੇ ਗਰੁੱਪ ਦੇ ਨਾਲ ਸ਼ੇਅਰ ਕੀਤਾ ਸੀ, ਕੁਝ ਸਾਲ ਪਹਿਲਾਂ। One man who said, I had taken money of my neighbor, I went and returned it back the next day. ਤੇ ਉਸ ਗਰੁੱਪ ਦੇ ਵਿੱਚ ਇੱਕ ਭਰਾ ਸੀਗਾ ਜਿਹਨੇ ਵਚਨ ਨੂੰ ਸੁਣਿਆ, ਤੇ ਉਹਨੇ ਮੈਨੂੰ ਸਿੱਧਾ ਆ ਕੇ ਕਿਹਾ, ਕਹਿੰਦਾ ਮੈਂ ਫਲਾਣੇ ਆਪਣੇ ਗਵਾਂਢੀ ਤੋਂ ਇੰਨਾ ਪੈਸਾ ਲਿਆ, ਤਾਂ ਪਰ ਮੈਂ ਉਹਨੂੰ ਕੱਲ ਨੂੰ ਹੀ ਜਾ ਕੇ ਉਹਦਾ ਸਾਰੇ ਦਾ ਸਾਰਾ ਪੈਸਾ ਮੋੜ ਦਿਆਂ। One lady had borrowed one next door neighbor's cooking pot, a nice cooking pot. I think it was a pressure cooker. And she had kept it for almost 6 months, not returning it back. ਇੱਕ ਔਰਤ ਸੀ ਉੱਤੇ, ਉਹਨੇ ਆਪਣੇ ਗਵਾਂਢਣ ਤੋਂ ਕੀ ਹੈ, ਇੱਕ ਵਧੀਆ ਪ੍ਰੈਸ਼ਰ ਕੁੱਕਰ ਜਿਹਨੂੰ ਕਹਿੰਦੇ ਆਪਾਂ ਕੁੱਕਰ ਹੈ ਨਾ, ਬਹੁਤ ਵਧੀਆ ਸੀ ਬਣਾਉਣ ਵਾਲਾ, ਉਹਨੂੰ ਆਪਣੇ ਘਰੇ ਰੱਖ ਰੱਖਿਆ ਸੀ 6 ਮਹੀਨੇ ਤੋਂ, ਉਹਨੇ ਵਾਪਸ ਹੀ ਨਹੀਂ ਸੀ ਕੀਤਾ ਉਹਨੂੰ। What she did was she went and bought a brand new pressure cooker, a higher grade, and gave it to the next door neighbor. She said, what I took from you, I'm sorry, forgive me, I'm giving you a brand new one back. ਤੇ ਉਹਨੇ ਅਗਲੇ ਦਿਨ ਕੀ ਕੀਤਾ, ਉਹਨੇ ਨਵਾਂ ਪ੍ਰੈਸ਼ਰ ਕੁੱਕਰ ਬਾਏ ਕੀਤਾ, ਜਿਹੜਾ ਉਹਨੇ ਲਿਆ ਸੀ ਉਹ ਤੋਂ ਵੀ ਵਧੀਆ ਕੁਆਲਿਟੀ ਦਾ, ਤੇ ਉਹਨੂੰ ਜਾ ਕੇ ਆਪਦੀ ਗਵਾਂਢਣ ਨੂੰ ਦਿੱਤਾ, ਤੇ ਉਹਨੂੰ ਕਿਹਾ ਕਿ ਮੈਨੂੰ ਮਾਫ ਕਰ ਜੋ ਮੈਂ ਤੇਰੇ ਨਾਲ ਕੀਤਾ। That is how we need to have a change of heart, like how Zacchaeus changed. That is where you will be blessed. ਇਹੋ ਸਾਡਾ ਦਿਲ ਹੈ ਜਿਹੜਾ ਸਾਨੂੰ ਬਦਲਣ ਦੀ ਜ਼ਰੂਰਤ ਹੈ, ਜਿਵੇਂ ਯੱਕੀ ਨੇ ਕੀਤਾ, ਉਹਦਾ ਦਿਲ ਬਦਲਿਆ, ਉਸੇ ਤਰ੍ਹਾਂ ਅਸੀਂ ਵੀ ਆਪਣੇ ਆਪ ਨੂੰ ਬਦਲੀਏ। So when we go before God for prayer, when we go to God for prayer, ਜਦੋਂ ਵੀ ਅਸੀਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਨ ਦੇ ਲਈ ਜਾਂਦੇ ਆ, we have to be very humble, ਸਾਨੂੰ ਕੀ ਆ, ਆਪਣੇ ਆਪ ਨੂੰ ਨਿਮਰ ਕਰਨ ਦੀ ਜ਼ਰੂਰਤ ਹੈ ਉਹਦੇ ਅੱਗੇ, because God knows what you need. He knows what we do. ਤੇ ਪਰਮੇਸ਼ਰ ਨੂੰ ਹਰ ਇੱਕ ਚੀਜ਼ ਦਾ ਪਤਾ, ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਤੇ ਪਰਮੇਸ਼ਰ ਨੂੰ ਇਹ ਵੀ ਪਤਾ ਕਿ ਤੁਸੀਂ ਕੀ ਕਰ ਰਹੇ ਹੋ। Don't tell God the problem. God, I lost my job, now I don't have money. God, you have to do this, and God, He knows. Don't tell him what to do. ਤੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਕੇ ਪਰਮੇਸ਼ਰ ਨੂੰ ਯਾਦ ਨਾ ਕਰਾਓ, ਜਾਂ ਪਰਮੇਸ਼ਰ ਨੂੰ ਦੱਸਣ ਦੀ ਕੋਸ਼ਿਸ਼ ਨਾ ਕਰੋ ਕਿ ਮੇਰਾ ਕੰਮ ਖੁੰਝ ਗਿਆ, ਮੇਰੇ ਕੋਲ ਪੈਸਾ ਹੈ ਨਹੀਂ, ਜਾਂ ਮੈਂ ਕੀ ਕਰਨਾ, ਜਾਂ ਇਹਦਾ ਹੱਲ ਕਰ। I've hear sometimes people when they're praying, they're telling God, instead of asking and praying, they're telling God what they need to do. Telling God what to do. ਮੈਂ ਕਈ ਵਾਰ ਮੇਰੇ ਭੈਣਾਂ ਭਰਾਵਾਂ ਦੀ ਪ੍ਰਾਰਥਨਾ ਸੁਣਦਾ, ਉਹ ਪ੍ਰਾਰਥਨਾ ਦੇ ਵਿੱਚ ਕੀ ਪਰਮੇਸ਼ਰ ਨੂੰ ਕਹਿੰਦੇ ਹੁੰਦੇ, ਅਸੀਂ ਤੈਨੂੰ ਦੱਸਦੇ ਆ ਕਿ ਤੂੰ ਸਾਡੀ ਜ਼ਿੰਦਗੀ 'ਚ ਕੀ ਕਰਨਾ ਹੈ। That's how the Pharisee, he was telling God, I'm not like him, I'm not like him, I'm doing this, I'm fasting, I'm doing everything, God. God is looking and laughing. ਇਹ ਜਿਹੜੀ ਚੀਜ਼ ਸੀ ਜਿਹੜੀ ਫਰੀਸੀ ਨੇ ਕੀਤੀ ਸੀਗੀ, ਉਹਨੇ ਜਾ ਕੇ ਪਰਮੇਸ਼ਰ ਦੇ ਅੱਗੇ ਦੱਸਣਾ ਸ਼ੁਰੂ ਕਰ ਦਿੱਤਾ, ਕਹਿੰਦਾ ਮੈਂ ਉਹਦੇ ਵਰਗਾ ਨਹੀਂ, ਮੈਂ ਉਹਦੇ ਵਰਗਾ ਨਹੀਂ, ਮੈਂ ਉਹਦੇ ਵਰਗਾ ਨਹੀਂ ਹੈਗਾ, ਮੈਂ ਉਹਨਾਂ ਵਰਗਾ ਨਹੀਂ ਹੈਗਾ, ਮੈਂ ਆਹ ਕਰਦਾ, ਮੈਂ ਆਹ ਕਰ ਰਿਹਾ। ਤੇ ਉਹਦੀ ਪ੍ਰਾਰਥਨਾ ਨੂੰ ਸੁਣ ਕੇ ਮੇਰੇ ਖਿਆਲ ਆ ਵੀ ਪਰਮੇਸ਼ਰ ਵੀ ਹੱਸ ਰਿਹਾ ਹੋਊਗਾ। When you're giving tithes or you're giving a blessing to somebody, let it be between you and God. When you give a ਜਦੋਂ ਕਿਸੇ ਦਸਵੰਧ ਦਿੰਦੇ ਹੋ,
ਜਾਂ ਪਰਮੇਸ਼ਰ ਦੇ ਘਰ ਨੂੰ ਸੰਬੰਧ ਦਿੰਦੇ ਹੋ ਜਾਂ ਕਿਸੇ ਇਨਸਾਨ ਦੀ ਕੋਈ ਮਦਦ ਕਰਦੇ ਹੋ, ਉਹ ਸਿਰਫ ਤੇਰੇ ਤੇ ਉਸ ਇਨਸਾਨ ਜਾਂ ਪਰਮੇਸ਼ਰ ਦੇ ਵਿੱਚ ਹੋਣੀ ਜ਼ਰੂਰੀ ਹੈ, ਕਿਸੇ ਨੂੰ ਨਹੀਂ ਪਤਾ ਹੋਣਾ ਜ਼ਰੂਰੀ। Because your tithes belong to Jesus, belongs to him. ਤੁਹਾਡਾ ਦਸਵੰਧ ਹੈ ਉਹ ਪ੍ਰਭੂ ਯਿਸੂ ਮਸੀਹ ਨੂੰ ਬਿਲੋਂਗ ਕਰਦਾ, ਨਾ ਕਿ ਇਨਸਾਨ। So you don't have to tell somebody, I'm giving this, I'm doing this, I'm doing that. ਇਹ ਕਿਸੇ ਵੀ ਭੈਣ ਭਰਾ ਨੂੰ ਜਾਂ ਕਿਸੇ ਹੋਰ ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ ਕਿ ਤੁਸੀਂ ਕਿੰਨਾ ਦੇ ਰਹੇ ਹੋ ਜਾਂ ਕਿਉਂ ਦੇ ਰਹੇ ਹੋ। Fasting is very good. For this year, make it a point if you can fast on a regular basis. ਫਾਸਟਿੰਗ ਵਰਤ ਰੱਖਣਾ ਬਹੁਤ ਵਧੀਆ ਗੱਲ ਹੈ ਤੇ ਜ਼ਰੂਰੀ ਵੀ ਹੈ ਅਗਰ ਤੁਸੀਂ ਕਰ ਸਕਦੇ ਹੋ। If you can do once a week, like on a Friday, half a day or one day, whatever it is you can. ਜਿਵੇਂ ਕਿ ਹਫਤੇ ਦੇ ਵਿੱਚ ਇੱਕ ਦਿਨ ਫਰਾਈਡੇ ਨੂੰ ਪੂਰਾ ਦਿਨ ਕਰ ਲਓ, ਅੱਧਾ ਦਿਨ ਕਰ ਲਓ, ਉਹ ਤੁਹਾਡੇ ਤੇ ਡਿਪੈਂਡ ਹੈ। The reason why we fast is to get closer to God. ਫਾਸਟਿੰਗ ਵਰਤ ਰੱਖਣ ਦਾ ਮਤਲਬ ਕੀ ਹੈ ਕਿ ਅਸੀਂ ਪਰਮੇਸ਼ਰ ਦੇ ਥੋੜਾ ਜਿਹਾ ਕਰੀਬ ਜਾ ਸਕੀਏ। If you say today I'm not having breakfast, I'm not having lunch, I'm not having dinner, you are saying to your stomach, today is between me and God. I'm spending time with God, not about cooking, not about food. ਤੇ ਜੇ ਤੁਹਾਡੇ ਕੋਲੇ ਉਸ ਦਿਨ ਆਪਣੇ ਢਿੱਡ ਨੂੰ ਕਹੋ ਅੱਜ ਕੋਈ ਬ੍ਰੇਕਫਾਸਟ ਨਹੀਂ, ਕੋਈ ਲੰਚ ਨਹੀਂ, ਕੋਈ ਡਿਨਰ ਨਹੀਂ ਹੈਗਾ, ਕਿਉਂਕਿ ਉਸ ਦਿਨ ਇਹਨੂੰ ਕਹੋ ਕਿ ਅੱਜ ਜਿਹੜਾ ਸਮਾਂ ਮੈਂ ਪ੍ਰਭੂ ਯਿਸੂ ਮਸੀਹ ਨਾਲ ਆ, ਅੱਜ ਕੋਈ ਕੁਕਿੰਗ ਕੁਝ ਨਹੀਂ ਕਰਨਾ। Then you focus on the word of God, you focus on praying, you focus on the presence of God. ਫਿਰ ਤੁਸੀਂ ਕਿ ਆਪਣਾ ਜਿਹੜਾ ਪੂਰਾ ਧਿਆਨ ਆ ਪਰਮੇਸ਼ਰ ਦੇ ਵਚਨ ਵੱਲ, ਵਰਸ਼ਿਪ ਦੇ ਵੱਲ, ਪ੍ਰਾਰਥਨਾ ਦੇ ਵਿੱਚ ਲਾਓ। Then you will see results more powerfully. ਤੇ ਫਿਰ ਉਹਦੇ ਜਿਹੜੇ ਨਤੀਜੇ ਆ ਤੁਸੀਂ ਬੜੇ ਸ਼ਕਤੀਸ਼ਾਲੀ ਤਰੀਕੇ ਆਪਣੇ ਉੱਤੇ ਦੇਖੋਗੇ। Because God is looking to see why you're doing that fast. ਕਿਉਂਕਿ ਪਰਮੇਸ਼ਰ ਦੇਖਣਾ ਚਾਹੂਗਾ ਕਿ ਤੁਸੀਂ ਜਿਹੜਾ ਵਰਤ ਹੈ ਕਿਉਂ ਰੱਖਿਆ। If I'm doing a fast just to show everybody that I'm doing a fast, then it is a waste. It is a show. ਵਰਤ ਰੱਖ ਕੇ ਲੋਕਾਂ ਨੂੰ ਦੱਸ ਰਹੇ ਆ ਤਾਂ ਅਗਰ ਲੋਕਾਂ ਨੂੰ ਦਿਖਾ ਰਹੇ ਕਿ ਮੇਰਾ ਜੋ ਵਰਤ ਹੈ ਤਾਂ ਉਹਦਾ ਕੋਈ ਮਤਲਬ ਨਹੀਂ ਹੈਗਾ, ਉਹਦਾ ਕੋਈ ਅਰਥ ਨਹੀਂ ਹੈਗਾ, ਉਹ ਵਿਅਰਥ ਹੈ। Amen. So today Amen. we've seen the Pharisee and we've seen the tax collector. Okay? Look at yourself today and say, ਲੈਣ ਵਾਲੇ see yourself, where and how do I pray? What do I do? What did the Pharisee do? What did the tax collector do? ਤੇ ਅੱਜ ਅਸੀਂ ਦੇਖਾਂਗੇ ਕਿ ਸਾਡੀ ਪ੍ਰਾਰਥਨਾ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿਵੇਂ ਅਸੀਂ ਕਰਨੀ ਚਾਹੀਦੀ ਹੈ, ਕਿੱਦਾਂ ਫਰੀਸੀ ਕਰਦੇ ਸੀ ਤੇ ਕਿੱਦਾਂ ਉਸ ਟੈਕਸ ਜਿਹੜਾ ਲੈਂਦਾ ਸੀ ਉਸਨੇ ਕੀਤੀ ਸੀ। Look at Zacchaeus. What did he do? ਤੇ ਦੇਖੋ ਕਿ ਯੱਕੀ ਨੇ ਕੀ ਕੀਤਾ। Some of the secrets are in here for your life. ਤੇ ਕੁਝ ਕੁ ਜਿਹੜੇ ਸੀਕ੍ਰੇਟ ਨੇ ਉਹ ਇਸ ਵਚਨ ਦੇ ਵਿੱਚ ਨੇ, ਯੱਕੀ ਦੀ ਕਹਾਣੀ ਦੇ ਵਿੱਚ। When you start applying this into your life, you will start to see things change. ਤੇ ਜਦੋਂ ਇਹਨਾਂ ਚੀਜ਼ਾਂ ਨੂੰ, ਇਹਨਾਂ ਵਚਨ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰੋਗੇ ਨਾ ਤਾਂ ਜਿਹੜੇ ਉਹਦੇ ਰਿਜ਼ਲਟ, ਉਹਦੇ ਨਤੀਜੇ ਆ, ਤੁਸੀਂ ਆਪਣੀ ਜ਼ਿੰਦਗੀ 'ਚ ਬਦਲਾਅ ਦੇਖੋਗੇ। I have been doing some of these things even when I got saved. I started doing, and I saw the results. I saw the changes. ਜਦੋਂ ਮੈਂ ਬਚਾਇਆ ਗਿਆ, ਮੈਂ ਇਹਨਾਂ ਚੀਜ਼ਾਂ ਨੂੰ ਕੀਤਾ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਦਾ ਬਦਲਾਅ ਨੂੰ ਦੇਖਿਆ। So that's why I want to encourage you to see for yourself. ਤੇ ਮੈਂ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੇ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਕਿ ਇਸ ਚੀਜ਼ ਨੂੰ ਦੇਖੋ ਤੇ ਕਰੋ। I can talk to you as much as you want, but it is you that has to do it. ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਦਾ, ਮੈਂ ਗੱਲਾਂ ਕਰਨ ਨੂੰ ਮੈਂ ਤੁਹਾਡੇ ਨਾਲ ਬਹੁਤ ਕਰ ਸਕਦਾ, ਪਰ ਮੈਂ ਚਾਹੁੰਦਾ ਕਿ ਜੋ ਮੈਂ ਬੋਲਿਆ ਉਸ ਤੇ ਕੰਮ ਕਰੋ। Sometimes it's very difficult to return things back to people. ਕਈ ਵਾਰ ਇਹ ਚੀਜ਼ ਬਹੁਤ ਔਖੀ ਹੁੰਦੀ ਹੈ ਕਿ ਅਗਰ ਅਸੀਂ ਕਿਸੇ ਤੋਂ ਕੁਝ ਲਿਆ ਹੋਇਆ ਕਿ ਉਹਨੂੰ ਅਸੀਂ ਵਾਪਸ ਕਰੀਏ। They feel ashamed. ਅਸੀਂ ਸ਼ਰਮ ਵੀ ਮਹਿਸੂਸ ਕਰਦੇ ਹਾਂ। Some people don't feel ashamed. They don't care. ਕਈ ਮੇਰੇ ਭੈਣ ਭਰਾ ਇਦਾਂ ਦੇ ਵੀ ਜਿਹੜੇ ਨੂੰ ਕੋਈ ਸ਼ਰਮ ਨਹੀਂ, ਕਿਸੇ ਚੀਜ਼ ਤੇ ਇਦਾਂ ਦਾ ਕੋਈ ਵੀ ਨਹੀਂ ਮੰਨਦੇ ਹੋ। But the secret, if you read from this, Jesus said, today's salvation is come to this house. ਪਰ ਇਹ ਚੀਜ਼ ਬਹੁਤ ਖਾਸ ਹੈ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਜਦੋਂ ਯੱਕੀ ਨੇ ਕੀਤਾ ਤੇ ਯੱਕੀ ਨੂੰ ਕਿਹਾ ਕਿ ਜਿਹੜੀ ਮੁਕਤੀ ਹੈ ਉਹ ਅੱਜ ਇਸ ਘਰ ਦੇ ਵਿੱਚ ਆਈ ਹੈ। Amen. Now I just want to go back to that verse from Luke chapter 14. Luke chapter 18 verse 14. Okay? For everyone, if you can read that first, that is very important for everyone. ਮੈਂ ਇਹਨੂੰ ਪੰਜਾਬੀ ਦੇ ਵਿੱਚ ਪੜਾਂਗਾ, ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੈ ਉਹਦੇ ਵਿੱਚ ਲਿਖਿਆ ਹੈ, ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ, ਪਰ ਜੋ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ। So when we are in a fellowship with people, when we are in a church, we have to be, don't boast about yourself. I can pray, I can do this. If I pray, that person is going to do this.
that person is going to get healed. Or if I do this, that person is going to be blessed. Let it be humble. ਜਦੋਂ ਵੀ ਤੁਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਵੀ ਹੁੰਨੇ ਹੋ ਤੇ ਪਰਮੇਸ਼ਰ ਦੇ ਘਰ ਦੇ ਵਿੱਚ ਵੀ ਇਹ ਚੀਜ਼ ਹੀ ਕਰੋ, ਦੇਖੋ ਨਿਮਰ ਹੋ ਕੇ। ਇਹ ਨਾ ਕਰੋ ਘਮੰਡ ਦੇ ਨਾਲ ਕਿ ਜੇ ਮੈਂ ਪ੍ਰਾਰਥਨਾ ਕਰੂੰ ਫਿਰ ਹੀ ਉਹ ਚੰਗਾ ਹੋਊ, ਜਾਂ ਮੈਂ ਪ੍ਰਾਰਥਨਾ ਕਰੂੰ ਤੇ ਉਹ ਏਦਾਂ ਹੋਊਗਾ। ਨਹੀਂ, ਉਹ ਜੋ ਵੀ ਕਰਨਾ ਇੱਕ ਹੰਬਲ ਨਿਮਰ ਤਰੀਕੇ ਕਰੋ। Because the main thing about this is that pride. ਜਿਹੜੀ ਮੇਨ ਚੀਜ਼ ਹੈ ਉਹ ਸਭ ਤੋਂ ਜ਼ਰੂਰੀ ਇਹ ਹੈ ਕਿ ਘਮੰਡ ਹੈ ਜਿਹੜਾ ਉਹ ਨਾ ਹੋ ਜਾਵੇ। If you lower yourself, if you humble yourself, things will change for you. ਤੇ ਜੇ ਤੁਸੀਂ ਆਪਣੇ ਆਪ ਨੂੰ ਨੀਵਾਂ ਕਰੋਗੇ, ਹੰਬਲ ਕਰੋਗੇ ਲੋਕਾਂ ਦੇ ਅੱਗੇ, ਪਰਮੇਸ਼ਰ ਦੇ ਘਰ ਦੇ ਅੱਗੇ, ਤਾਂ ਤੁਸੀਂ ਕੀ ਹੈ, ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਊਗਾ, ਕੰਮ ਹੋਣਗੇ। Remember, Lucifer, Satan, pride was the reason why God threw him out of heaven. ਇਹ ਸਭ ਤੋਂ ਵੱਡਾ ਕਾਰਨ ਸੀਗਾ ਪ੍ਰਭੂ ਲੂਸੀਫਰ ਨੂੰ, ਜਿਹੜਾ ਸ਼ੈਤਾਨ ਸੀ, ਉਹਨੂੰ ਉੱਥੋਂ ਸਵਰਗ ਦੇ ਵਿੱਚੋਂ ਕੱਢਣ ਦਾ, ਕਿ ਉਹਨੇ ਆਪਣੇ ਆਪ 'ਚ ਘਮੰਡ ਕੀਤਾ ਕਿ ਮੈਂ ਹੀ ਆ, ਮੈਂ ਸਭ ਤੋਂ ਉੱਚਾ। So when we see pride in our lives, we need to be very careful, because that is the operation of the enemy in our life. ਜਦੋਂ ਆਪਣੇ ਵਿੱਚ ਕੋਈ ਘਮੰਡ ਦੀ ਕੋਈ ਏਦਾਂ ਦੀ ਆਤਮਾ ਆਈ ਹੋਵੇ ਤਾਂ ਉਸ ਸਮੇਂ ਆਪਣੇ ਆਪ ਨੂੰ ਜਾਂਚੋ ਕਿ ਇਹ ਜਿਹੜੀ ਚੀਜ਼ ਹੈ ਉਹ ਸ਼ੈਤਾਨ ਦੇ ਵੱਲੋਂ ਹੈ। But when you're humble, you're operating like Jesus. ਜਦੋਂ ਤੁਸੀਂ ਫਿਰ ਨਿਮਰ ਹੋ ਜਾਂਦੇ ਹੋ, ਹੰਬਲ ਹੋ ਜਾਂਦੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਕਿ ਯਿਸੂ ਮਸੀਹ ਦੀ ਤਰ੍ਹਾਂ ਕੰਮ ਕਰ ਰਹੇ ਹੋ। Because Jesus said, I'm not come to be served, I've come to serve. ਉਹ ਕਹਿੰਦੇ, ਪ੍ਰਭੂ ਯਿਸੂ ਮਸੀਹ ਨੇ ਵਚਨ ਦੇ ਵਿੱਚ ਕਿਹਾ, ਕਹਿੰਦਾ ਮੈਂ ਇੱਥੇ ਗੁਰੂ ਬਣਨ ਨਹੀਂ ਬਲਕਿ ਸੇਵਾ ਕਰਨਾ ਆ। To serve is a very humbling experience. ਤੇ ਜਿਹੜਾ ਸੇਵਾ ਕਰਨਾ ਉਹ ਇੱਕ ਬੜੀ ਹੰਬਲ, ਇੱਕ ਨਿਮਰ ਵਾਲਾ ਕੰਮ ਹੈ ਕਿ ਕਿਸੇ ਦੀ ਸੇਵਾ ਕਰੋ। That's why last Sunday I shared about that FBI director in Nigeria. ਐਤਵਾਰ ਇੱਕ ਗੱਲ ਦੱਸੀ ਸੀ FBI ਦੇ ਬਾਰੇ, ਜਿਹੜਾ ਕਿ FBI ਦਾ ਬੰਦਾ ਸੀਗਾ, ਬਹੁਤ ਉੱਚੇ ਅਹੁਦੇ ਦੇ ਉੱਤੇ ਸੀ, ਕਿੱਦਾਂ ਉਹ ਸੇਵਾ ਕਰ ਰਿਹਾ ਸੀਗਾ। Was serving the minister, the ਉਹ pastor. ਕੀ ਹੈ, ਉਸ ਮਿਨਿਸਟਰੀ ਦੇ ਬੰਦਿਆਂ ਨੂੰ, ਜਿਹੜੇ ਪਾਸਟਰ ਸੀ, ਉਹਨਾਂ ਨੂੰ ਸਰਵ ਕਰ ਰਿਹਾ ਸੀ, ਉਹਨਾਂ ਦੀ ਸੇਵਾ ਕਰ ਰਿਹਾ ਸੀਗਾ FBI ਦਾ ਬੰਦਾ ਹੋ ਕੇ। That is what is in their heart. What is in your heart is what you will do. ਇਹੋ ਹੀ ਹੈ, ਜਿਹੜੀ ਚੀਜ਼ ਤੁਹਾਡੇ ਦਿਲ ਦੇ ਵਿੱਚ ਹੋਊਗੀ ਉਹੀ ਚੀਜ਼ ਤੁਹਾਡੇ ਜ਼ੁਬਾਨ ਦੇ ਵਿੱਚ ਦੀ ਹੋ ਕੇ ਹੋਊਗੀ। So today what I'm saying to you is, examine your heart, examine your life. Is these things operating in my life? ਤੇ ਅੱਜ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਉਸ ਚੀਜ਼ ਨੂੰ ਆਪਣੇ ਆਪ ਦੇ ਵਿੱਚ ਦੇਖੋ, ਪਰਮੇਸ਼ਰ ਦੇ ਅੱਗੇ ਦੇਖੋ ਕਿ ਕਿਸ ਤਰ੍ਹਾਂ ਮੈਂ ਉਸ ਚੀਜ਼ ਦੇ ਵਿੱਚ ਸੱਚਮੁੱਚ ਚੀਜ਼ ਮੇਰੇ ਅੰਦਰ ਹੈਗੀ ਹੈ ਤੇ ਮੈਨੂੰ ਬਦਲਾਅ ਦੀ ਜ਼ਰੂਰਤ ਹੈ। If it's not there, you need to change it. ਅਗਰ ਉਹ ਉੱਥੇ ਨਹੀਂ ਹੈਗੀ ਤਾਂ ਸੱਚਮੁੱਚ ਅੱਜ ਤੁਹਾਨੂੰ ਬਦਲਾਅ ਕਰਨ ਦੀ ਜ਼ਰੂਰਤ ਹੈ। If you don't want those things, say, in the name of Jesus, I rebuke all these things. They're out of my life. I want to be a humble. ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਯਿਸੂ ਮਸੀਹ ਤੇਰੇ ਨਾਮ ਦੇ ਵਿੱਚ ਉਹ ਸਾਰੀਆਂ ਗੰਦੀਆਂ ਆਤਮਾਵਾਂ ਜਾਣ, ਤਾਂ ਕਿ ਮੈਂ ਇੱਕ ਨਿਮਰ, ਇੱਕ ਹੰਬਲ ਹੋ ਕੇ ਤੇਰੀ ਸੇਵਾ ਕਰ ਸਕਾਂ। That's the reason why Jesus told us this story, to show you the difference between a Pharisee and a tax collector. ਇਹ ਇੱਕ ਕਹਾਣੀ ਸੀ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਸਾਨੂੰ ਸਭ ਨੂੰ ਦੱਸੀ, ਫਰੀਸੀਆਂ ਤੇ ਮਸੂਦੀਆਂ ਦੇ ਬਾਰੇ, ਜਿਹੜੇ ਟੈਕਸ ਲੈਂਦੇ ਸੀ, ਕਿ ਕਿਸ ਤਰ੍ਹਾਂ ਦਾ ਫਰਕ ਸੀ ਉਹਨਾਂ ਦੋਨਾਂ ਦੇ ਵਿੱਚ। When I read this story, what I do is, my habit, what I do is I put myself in that situation. ਤੇ ਮੇਰੀ ਆਦਤ ਹੈ ਕਿ ਜਦੋਂ ਮੈਂ ਇਸ ਤਰ੍ਹਾਂ ਦੀ ਕਹਾਣੀ ਜਿਵੇਂ ਪੜ੍ਹਦਾ, ਤਾਂ ਮੈਂ ਜਦੋਂ ਕਹਾਣੀ ਨੂੰ ਪੜ੍ਹਦਾ, ਮੈਂ ਆਪਣੇ ਆਪ ਨੂੰ ਉਹਨੂੰ ਪ੍ਰੈਕਟੀਕਲ ਦੇ ਵਿੱਚ ਹੋ ਜਾਣਾ ਉਸ ਚੀਜ਼ ਦੇ ਵਿੱਚ। And I ask myself, was I part of that? Am I like those two men? ਤੇ ਮੈਂ ਸੋਚਦਾ ਕਿ ਮੈਂ ਇਹਨਾਂ ਦੋਨਾਂ ਦੇ ਵਿੱਚੋਂ ਜਿਹੜੇ ਨੇ ਪ੍ਰਾਰਥਨਾ ਕੀਤੀ, ਮੈਂ ਕਿਹਦੇ ਵਰਗਾ, ਮੈਂ ਕਿਸ ਤਰ੍ਹਾਂ ਦੀਆਂ ਪ੍ਰਾਰਥਨਾ ਕਰਦਾ। And if I am in the wrong, I need to change. That is how I learn. ਤੇ ਗਲਤ ਆ ਤਾਂ ਮੈਂ ਕੀ ਹੈ, ਫਿਰ ਆਪਣੇ ਆਪ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ ਉੱਥੋਂ। So I encourage you today as well to think. It is for your good. It's for all our good. ਇਹ ਤੁਹਾਨੂੰ ਮੈਂ ਅੱਜ ਉਤਸ਼ਾਹਿਤ ਕਰ ਰਿਹਾ ਇਸ ਚੀਜ਼ ਦੇ ਨਾਲ ਕਿ ਇਹ ਸਭ ਲਈ ਚੰਗਾ ਹੈ, ਸਹੀ ਹੈ, ਅਗਰ ਅਸੀਂ ਬਦਲਾਂਗੇ ਜਿਵੇਂ ਕਿ ਮੈਂ ਆਪਣੇ ਆਪ ਨੂੰ ਬਦਲਿਆ ਉਸ ਤਰ੍ਹਾਂ। It will be nice to be like Zacchaeus, when Jesus comes into your house. ਇਹ ਅੱਛੀ ਗੱਲ ਹੈ, ਅਗਰ ਤੁਸੀਂ ਜ਼ਕੀਆ ਵਰਗੇ ਬਣੋਗੇ ਤਾਂ ਪ੍ਰਭੂ ਯਿਸੂ ਮਸੀਹ ਤੁਹਾਡੇ ਘਰ ਆਊਗਾ ਜਿਵੇਂ ਉਹਦੇ ਘਰ ਗਿਆ ਸੀਗਾ। People will be talking against you, but what do you care? If Jesus is coming to your house, why do you care? ਤੇ ਲੋਕ ਆ ਜਿਹੜੇ ਬੋਲਦੇ ਰਹਿਣਗੇ, ਭੈਣ ਭਰਾ ਬੋਲਣਗੇ, ਬੜਾ ਕੁਝ ਕਹਿਣਗੇ, ਪਰ ਉਹਨਾਂ ਦੀ ਪਰਵਾਹ ਨਾ ਕਰੋ। ਜ਼ਕੀ ਦੇ ਘਰੇ ਜਦੋਂ ਯਿਸੂ ਮਸੀਹ ਕਹਿੰਦੇ ਸੀ, ਉਦੋਂ ਵੀ ਬੜੇ ਬੋਲਦੇ ਸੀ। ਜੇ ਯਿਸੂ ਮਸੀਹ ਤੁਹਾਡੇ ਘਰ ਆ ਰਿਹਾ ਤਾਂ ਬੋਲਣ ਦਿਓ ਲੋਕਾਂ ਨੂੰ। The important thing is not pleasing people, it's pleasing God. ਇਹ ਕਦੇ ਵੀ ਜਿਹੜੇ ਲੋਕਾਂ ਦੀ ਮਹਿਮਾ ਜਾਂ ਲੋਕਾਂ ਨੂੰ ਉਹ ਨਾ ਕਰੋ, ਉੱਚਾ ਕਰੋ, ਪ੍ਰਭੂ ਯਿਸੂ ਮਸੀਹ ਨੂੰ ਕਰੋ, ਉਹਦੀ ਮਹਿਮਾ ਕਰੋ, ਕਿਉਂਕਿ ਉਹੀ ਹੈ। Amen. Amen. So today is a short topic, a very simple topic, but a very powerful topic of understanding. ਇਹ ਅੱਜ ਜਿਹੜਾ ਟੌਪਿਕ ਸੀ ਬੜਾ ਛੋਟਾ ਸੀਗਾ, ਬੜਾ ਈਜ਼ੀ ਸੀ,
ਪਰ ਇਫੈਕਟਿਵ ਸੀ, ਜ਼ਿਆਦਾ ਸ਼ਕਤੀਸ਼ਾਲੀ ਸੀ ਜੋ ਮੈਂ ਕਹਾਣੀ ਤੁਹਾਨੂੰ ਦੱਸੀ ਹੈ। Read the stories again as you get time, and you will find more revelation for yourself. ਤੇ ਇਸ ਕਹਾਣੀ ਨੂੰ ਦੁਬਾਰਾ ਫਿਰ ਤੋਂ ਪੜ੍ਹਿਓ ਆਪਣੇ ਘਰੇ ਜਾ ਕੇ, ਘਰੇ ਬੈਠ ਕੇ ਫਿਰ ਤੋਂ ਜਦੋਂ ਸਮਾਂ ਮਿਲੇ ਤਾਂ ਜਿਹੜਾ ਇਹਦਾ ਹੋਰ ਪ੍ਰਕਾਸ਼ ਇਸ ਵਚਨ ਦਾ ਤੁਹਾਡੇ ਉੱਤੇ ਆਊਗਾ। Many times I repeat myself and I say again, read it again. There is a reason why. ਕਈ ਵਾਰ ਮੈਂ ਬੱਚੇ ਨੂੰ ਪੜ੍ਹ ਕੇ ਫਿਰ ਆਪਣੇ ਆਪ ਨੂੰ ਕੁਐਸਚਨ ਕਰਦਾ ਨੂੰ ਦੁਬਾਰਾ ਪੜਾਂ, ਉਹਦੇ ਪਿੱਛੇ ਕੋਈ ਕਾਰਨ ਹੁੰਦਾ ਹੈ। Because that is of help to you. ਕਿਉਂਕਿ ਇਹ ਕੀ ਤੁਹਾਡੀ ਮਦਦ ਕਰਦਾ ਹੈ। Amen. 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 Okay. So for today we have done. If there's anything, any questions from online or anything, I don't know how we're going to do it, but if there is anything. ਅਗਰ ਕੋਈ ਅੱਜ ਦੇ ਟੌਪਿਕ ਨੂੰ ਲੈ ਕੇ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਟੌਪਿਕ ਹੈਗਾ ਤਾਂ ਸੌਰੀ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਦੱਸ ਸਕਦੇ ਹੋ। Also, I would appreciate if, if this message has helped you, just put it on the group, whatever group you are, or you can personally send it to me, just a feedback, so I also know that it's been of help. ਅਗਰ ਕਿਸੇ ਵੀ ਮੇਰੇ ਭੈਣ ਭਰਾ ਦੀ ਇਸ ਚੀਜ਼ ਨੇ ਮਦਦ ਕੀਤੀ ਆ, ਇਸ ਅੱਜ ਦੇ ਟੌਪਿਕ ਨੇ, ਤਾਂ ਤੁਸੀਂ ਕੀ ਹੈ ਮੈਨੂੰ ਪਰਸਨਲੀ ਵੀ ਮੈਸੇਜ ਕਰ ਸਕਦੇ ਹੋ ਜਾਂ ਕਿਸੇ ਗਰੁੱਪ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਮੈਂ ਦੇਖ ਸਕਾਂ, ਤੁਸੀਂ ਕੀ ਹੈ ਕਰਕੇ ਮੈਨੂੰ ਦੱਸੋ ਤਾਂ ਕਿ ਮੈਨੂੰ ਪਤਾ ਚੱਲ ਸਕੇ ਇਸ ਵਚਨ ਨੇ ਤੁਹਾਡੀ ਜ਼ਿੰਦਗੀ 'ਚ ਕੰਮ ਕੀਤਾ। Also, it is proof to know that you have understood the message. ਤੇ ਫਿਰ ਇਸ ਗੱਲ ਦਾ ਸਬੂਤ ਵੀ ਹੋਊਗਾ ਕਿ ਹਾਂ ਤੁਸੀਂ ਸੱਚਮੁੱਚ ਜਿਹੜਾ ਵਚਨ ਨੂੰ ਸਮਝਿਆ, ਜਾਣਿਆ। That you are listening to the message, not on your phone watching Facebook. ਇਹ ਇਸ ਗੱਲ ਦਾ ਸਬੂਤ ਵੀ ਹੋਊਗਾ ਕਿ ਜਿਹੜਾ ਅਸੀਂ ਮੈਸੇਜ ਸ਼ੇਅਰ ਕੀਤਾ ਕਿ ਤੁਸੀਂ ਉਸ ਚੀਜ਼ ਨੂੰ ਸੁਣਿਆ ਤੇ ਸਮਝਿਆ, ਨਾ ਕਿ ਇਹ ਚੀਜ਼ ਕਿ ਤੁਸੀਂ ਇਸ ਮੈਸੇਜ ਦੇ ਦੌਰਾਨ ਕਿਤੇ ਫੇਸਬੁੱਕ ਤੇ ਲੱਗੇ ਹੋਏ ਸੀ। So sometimes when I say send me feedback and I don't get feedback, then I'm thinking in my mind, did that person actually watch it? Did the person understand it? ਮੈਂ ਜਦੋਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਕਿ ਫੀਡਬੈਕ ਦਿਓ ਤੇ ਮੈਨੂੰ ਦੱਸੋ ਕਿ ਕੀ ਤੁਸੀਂ ਸਮਝਿਆ। ਅਗਰ ਕਈ ਵਾਰ ਮੈਂ ਨਹੀਂ ਫੀਡਬੈਕ ਕਿਸੇ ਦਾ ਲੈ ਪਾਉਂਦਾ ਤਾਂ ਮੈਂ ਇਹ ਸਮਝਦਾ ਕਿ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆਇਆ ਜਾਂ ਕੁਝ ਗੱਲਬਾਤ ਹੋਊਗੀ। Because it's very important even as we speak for you to understand. ਜਿਵੇਂ ਕਿ ਅਸੀਂ ਹੁਣ ਕੋਈ ਗੱਲਬਾਤ ਕੀਤੀ ਹੈ, ਇਹ ਚੀਜ਼ ਤੁਹਾਨੂੰ ਸਮਝਾਉਣ ਦੇ ਲਈ ਹੈ ਕਿ ਸਮਝੋ, ਅੰਡਰਸਟੈਂਡ ਕਰੋ ਇਸ ਚੀਜ਼ ਨੂੰ। This is not about a cooking program, this is about the word of God. ਇਹ ਕੋਈ ਖਾਣਾ ਬਣਾਉਣ ਵਾਲੀ ਕੋਈ ਰਸੋਈ ਦਾ ਘਰ ਨਹੀਂ ਜਾਂ ਉਹਦਾ ਕੰਮ ਨਹੀਂ ਹੈਗਾ, ਇਹ ਪਰਮੇਸ਼ਰ ਦੇ ਵਚਨ ਹੈ ਤੇ ਉਹਦਾ ਹੀ ਕੰਮ। Think about it that one day you will be sharing the same message like this. ਤੇ ਇੱਕ ਦਿਨ ਤੁਸੀਂ ਵੀ ਸ਼ਾਇਦ, ਮੈਂ ਵਿਸ਼ਵਾਸ ਕਰਦਾ ਕਿ ਇਦਾਂ ਦੇ ਵਚਨ ਨੂੰ ਜਿਹੜੇ ਪਰਮੇਸ਼ਰ ਦੇ ਨੂੰ ਤੁਸੀਂ ਲੋਕਾਂ ਦੇ ਵਿੱਚ ਸ਼ੇਅਰ ਕਰੋਗੇ। And then you will want to know feedback. How did I do? How was the message? ਤਾਂ ਤੁਸੀਂ ਵੀ ਕੀ ਆ ਲੋਕਾਂ ਤੋਂ, ਉਹਨਾਂ ਭੈਣਾਂ ਭਰਾਵਾਂ ਤੋਂ ਫੀਡਬੈਕ ਮੰਗੋਗੇ ਕਿ ਤੁਸੀਂ ਦੱਸੋ ਮੈਂ ਕਿਸ ਤਰ੍ਹਾਂ ਕੀਤਾ। Amen. 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 Is there any questions from anyone? Very quickly we can take. ਕਿਸੇ ਦੇ ਕੋਲੇ ਕੋਈ ਕੁਐਸਚਨ ਹੈਗਾ ਅੱਜ ਦੇ ਟੌਪਿਕ ਲਈ ਤਾਂ ਮੈਨੂੰ ਦੱਸ ਸਕਦੇ, ਮੈਂ ਤੁਹਾਨੂੰ ਜਵਾਬ ਦੇ ਸਕਦਾ ਜਾਂ ਜਲਦੀ ਨਾਲ, ਨਹੀਂ ਤਾਂ ਅਸੀਂ ਫਿਨਿਸ਼ ਕਰਾਂਗੇ। Because I know sometimes it's a little difficult online, isn't it? ਕਈ ਵਾਰ ਮੈਨੂੰ ਪਤਾ ਇਹ ਆਨਲਾਈਨ ਥੋੜਾ ਜਿਹਾ ਔਖਾ ਹੁੰਦਾ ਕਿ ਪਰ ਫਿਰ ਵੀ ਅਗਰ ਕੋਈ ਕਰਨਾ ਚਾਹਵੇ ਤਾਂ ਦੱਸ ਸਕਦਾ। But if not, then you can always text me or whatever.